हाँ जी प्यारे विद्यार्थियों साਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਸੀਂ ਸਾਰਿਆਂ ਨੇ ਰੀਡ ਦਾ ਪੇਪਰ ਕੀਤਾ। ਕਿਸੇ ਦਾ ਦੂਜੀ ਸ਼ਿਫਟ ਵਿੱਚ ਸੀਗਾ, ਕਿਸੇ ਦਾ ਤੀਜੀ ਵਿੱਚ, ਕਿਸੇ ਦਾ ਚੌਥੀ ਸ਼ਿਫਟ ਵਿੱਚ ਪੇਪਰ ਸੀਗਾ। ਅਤੇ ਪੇਪਰ ਦਾ ਜਿਹੜਾ ਸਤਰ ਸੀਗਾ, ਪੰਜਾਬੀ ਦੀ ਗੱਲ ਕਰਾਂ ਤਾਂ ਬਹੁਤ ਹੀ ਸੁਖਾਵਾਂ ਜਿਹਾ ਸੀਗਾ। ਕੁਝ ਕੁ ਜਿਹੜੇ ਪ੍ਰਸ਼ਨ ਸੀਗੇ ਉਹ ਗੋਲ ਮੋਲ ਕਰਕੇ ਦਿੱਤੇ ਸੀਗੇ ਉਹਨਾਂ ਨੇ, ਅਤੇ ਪਰ ਫਿਰ ਵੀ ਸਾਡੀਆਂ ਜਿਹੜੀਆਂ ਕਿਤਾਬਾਂ ਪਾਠ ਪੁਸਤਕਾਂ ਉਹਨਾਂ ਵਿੱਚੋਂ ਹੀ ਪੇਪਰ ਆਇਆ। ਅਤੇ ਮੈਂ ਇਸ ਲਈ ਤੁਹਾਡੇ ਸਾਹਮਣੇ ਹੁਣ ਹਾਜ਼ਰ ਹੋਇਆ ਕਿ ਬਈ ਮੈਂ ਤੁਹਾਨੂੰ ਕਿਹਾ ਸੀਗਾ ਵੀ 30 ਚੋਂ 30 ਨੰਬਰ ਪੱਕੇ ਆਉਣਗੇ, ਅਤੇ ਬਈ ਹੁਣ 30 ਚੋਂ 30 ਤਾਂ ਮੇਰੇ ਨਹੀਂ ਆਏ। ਅਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿੰਨਾ ਕੁ ਤੁਹਾਨੂੰ ਮੈਂ ਕਰਵਾਇਆ, ਆਫਲਾਈਨ ਕਰਵਾਇਆ ਜਿਹੜੇ ਬੱਚਿਆਂ ਨੂੰ, ਜਾਂ ਔਨਲਾਈਨ ਕਰਵਾਇਆ, ਅਤੇ ਉਹਦੇ ਵਿੱਚੋਂ 26-27 ਜਿਹੜੇ ਪ੍ਰਸ਼ਨ ਹੈ ਉਹ ਉਹਨਾਂ ਵਿੱਚੋਂ ਆਏ ਨੇ। ਅਤੇ ਜਿਹੜਾ ਲਗਭਗ ਸਾਰੇ ਹੀ ਬੱਚਿਆਂ ਦਾ ਪੇਪਰ ਜਿਹੜਾ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਸਾਰਿਆਂ ਦਾ ਹੀ, ਸਾਰੇ ਬੱਚਿਆਂ ਦਾ 26, 27, 28 ਤੱਕ ਸਾਰਿਆਂ ਦੇ ਪ੍ਰਸ਼ਨ ਸਹੀ ਨੇ, ਕਈਆਂ ਦੇ 30-30 ਪ੍ਰਸ਼ਨ ਵੀ ਸਹੀ ਨੇ। ਅੱਜ ਆਪਾਂ ਆਨਸਰ ਕੀ ਜਿਹੜੀ ਹੈ ਉਹ ਲੈਵਲ 2 ਦੀ ਸ਼ਿਫਟ 2 ਵਿੱਚ ਜਿਹੜਾ 2 ਵਿੱਚ ਪੇਪਰ ਹੋਇਆ ਸੀਗਾ ਉਹਦੀ ਬਾਰੇ ਗੱਲ ਕਰਦੇ ਹਾਂ ਆਪਾਂ। ਪਹਿਲਾ ਜਿਹੜਾ ਪ੍ਰਸ਼ਨ ਸੀਗਾ ਵੀ ਅੱਧ ਪਾ ਖਿਚੜੀ ਚੁਬਾਰੇ 'ਤੇ ਰਸੋਈ ਅਖਾਣ ਦਾ ਸਹੀ ਅਰਥ ਚੁਣੋ। ਹੁਣ ਇਹਦੇ ਵਿੱਚ 4 ਆਪਸ਼ਨ ਨੇ। ਜਦੋਂ ਕਿਸੇ ਦੇ ਹੱਥ ਪੱਲੇ ਬਹੁਤ ਹੋਵੇ ਪਰ ਦੱਸੇ ਘੱਟ, ਜਦ ਕਿਸੇ ਦੇ ਹੱਥ ਪੱਲੇ ਘੱਟ ਹੋਏ ਪਰ ਦੱਸੇ ਘੱਟ, ਜਦ ਕਿਸੇ ਦੇ ਹੱਥ ਪੱਲੇ ਥੋੜ੍ਹਾ ਹੋਵੇ ਪਰ ਦੱਸੇ ਬਹੁਤ। ਅਤੇ ਇਹ ਮੈਨੂੰ ਲੱਗਦਾ ਵੀ ਇਹ ਢੁਕਵਾਂ ਹੈ, ਸਹੀ ਹੈ, ਅਤੇ ਲਾਗੂ ਵੀ ਹੁੰਦਾ ਹੈ ਵੀ ਜਦੋਂ ਮੇਰੇ ਵਰਗਾ ਦੱਸੇ ਬਾਹਲਾ ਕੁਛ ਅਤੇ ਪੱਲੇ ਕੁਛ ਹੋਵੇ ਨਾ, ਅਤੇ ਉਹ 'ਤੇ ਇਹ ਲਾਗੂ ਹੁੰਦਾ ਹੈ ਵੀ ਜਦੋਂ ਕਿਸੇ ਦੇ ਹੱਥ ਪੱਲੇ ਥੋੜ੍ਹਾ ਹੋਵੇ ਪਰ ਦੱਸੇ ਬਹੁਤ ਕੁਛ, ਇਹ ਕੀ ਹੈ, ਅੱਧ ਪਾ ਖਿਚੜੀ ਚੁਬਾਰੇ 'ਤੇ ਰਸੋਈ। ਅਤੇ ਉਸ ਤੋਂ ਬਾਅਦ ਜਿਹੜਾ ਪ੍ਰਸ਼ਨ ਆਉਂਦਾ ਹੈ ਪੰਜਾਬੀ ਦੇ ਪਿਛਲੇ ਸਵਰ ਕਿਹੜੇ ਨੇ। ਇਹ ਤਾਂ ਬਈ ਮੈਂ ਤੁਹਾਨੂੰ ਕਰਵਾਏ ਸੀ, ਔਨਲਾਈਨ ਵੀ ਕਰਵਾਏ ਹੈ। ਮੈਂ ਇੱਕ ਟੱਬ ਜਿਹਾ ਬਣਾਇਆ ਸੀ, ਡੱਬਾ ਜਿਹਾ ਬਣਾ ਕੇ, ਅਤੇ ਤੁਸੀਂ ਸਾਰੇ ਕਹਿੰਦੇ ਸੀ ਵੀ ਆਹ ਕੀ ਬਣਾਤਾ। ਅਤੇ ਉਹਦੇ ਵਿੱਚ ਮੈਂ ਸ਼ੁਕਰ ਹੈ ਹਜੇ ਵੀ ਅਗਲੇ ਸਵਰ, ਪਿਛਲੇ ਸਵਰ, ਵਿਚਕਾਰਲੇ ਸਵਰ ਵਿੱਚੋਂ ਹੀ ਤਿੰਨੇ ਸ਼ਿਫਟਾਂ ਵਿੱਚ, ਸਾਰੀਆਂ ਸ਼ਿਫਟਾਂ ਵਿੱਚ ਪ੍ਰਸ਼ਨ ਪੁੱਛੇ ਗਏ ਨੇ। ਹਜੇ ਉਹਨਾਂ ਨੇ ਅੱਧ ਉੱਚੇ ਅੱਧ ਨੀਵੇਂ ਇਹ ਨਹੀਂ ਪੁੱਛਿਆ, ਇਹ ਵੀ ਅਗਾਂਹ ਵਾਸਤੇ ਪੁੱਛ ਸਕਦੇ ਆ। ਹੁਣ ਪੰਜਾਬੀ ਦੇ ਪਿਛਲੇ ਸਵਰ ਕਿਹੜੇ ਨੇ, ਇਹ ਸਾਰਿਆਂ ਨੇ ਜਿਨ੍ਹਾਂ ਨੇ ਮੇਰੀ ਵੀਡੀਓ ਦੇਖੀ ਹੈ ਜਾਂ ਆਫਲਾਈਨ ਪੜ੍ਹੇ ਨੇ ਸਾਰਿਆਂ ਨੂੰ ਪਤਾ ਹੀ ਹੈ ਵੀ ਅਗਲੇ ਸਵਰ ਕਿਹੜੇ ਨੇ, ਪਿਛਲੇ ਸਵਰ ਕਿਹੜੇ ਨੇ। ਉਹ ਦੁਲੈਂਕੜ ਹੈ ਅਤੇ ਹੋੜਾ ਅਤੇ ਕਨੋੜਾ। ਹੁਣ ਇਹਦੇ ਵਿੱਚ ਕਿਹੜਾ ਆ ਗਿਆ, ਇਹ ਆਪਸ਼ਨ ਸਹੀ ਲੱਗਦਾ ਹੈ। ਇਹਦੇ ਵਿੱਚ ਦੁਲੈਂਕੜ ਵੀ ਹੈ ਅਤੇ ਹੋੜਾ ਵੀ ਹੈ, ਠੀਕ ਹੈ। ਇਹ ਕਿਹੜੇ ਹੈ, ਪਿਛਲੇ ਸਵਰ ਨੇ। ਉਸ ਤੋਂ ਬਾਅਦ ਆ ਗਿਆ 63ਵਾਂ ਪ੍ਰਸ਼ਨ ਆ ਗਿਆ, ਮੇਰੇ ਪਿਤਾ ਜੀ ਨੇ ਵਪਾਰ ਵਿੱਚ ਤੋਂ ਬਾਅਦ ਸੁੱਖ ਦਾ ਸਾਹ ਲਿਆ। ਸੌਖਾ ਜਿਹਾ ਹੀ ਹੈ ਵੀ ਪੈਰ ਜੰਮਣ ਤੋਂ, ਜਦੋਂ ਵਪਾਰ ਵਿੱਚ ਪੈਰ ਜੰਮ ਜਾਂਦੇ ਨੇ ਉਦੋਂ ਬੰਦਾ ਸੁੱਖ ਦਾ ਸਾਹ ਲੈਂਦਾ। ਫਿਰ ਢਕਵਾਂ ਵਿਅੰਜਨ ਕਿਹੜਾ ਹੈ। ਹੁਣ ਇਹ ਤੁਹਾਨੂੰ ਮੈਂ ਸਮਝਾਇਆ ਸੀਗਾ ਜਦੋਂ ਆਪਾਂ ਇੱਕ ਸਾਰਨੀ ਬਣਾਈ ਸੀਗੀ, ਅਲਪਰਾਣ, ਮਹਾਂਪਰਾਣ, ਦੰਤੀ, ਮੁਰਦਨੀ, ਉਲਟ ਜੀਵੀ ਨੂੰ ਮੁਰਦਨੀ ਕਹਿੰਦੇ ਆ, ਠੀਕ ਹੈ, ਹੋਠੀ। ਇਹ ਕਿਹੜੇ ਕਿਹੜੇ ਸਵਰ ਨੇ, ਇੱਕ ਤੁਹਾਨੂੰ ਸਾਰਨੀ ਬਣਾ ਕੇ ਤੁਹਾਨੂੰ ਦੱਸਿਆ ਸੀ ਵਧੀਆ ਤਰੀਕੇ ਨਾਲ ਮੈਂ, ਵੀ ਤੁਸੀਂ ਭੁੱਲਣਾ ਨਹੀਂ। ਅਤੇ ਉਹਦੇ ਵਿੱਚੋਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਵੀ ਜਿਹੜਾ ਕੱਕੇ ਵਰਗ ਤੋਂ ਲੈ ਕੇ ਪੱਪੇ ਵਰਗ ਤੱਕ ਜਿਹੜੇ ਹੈਗੇ ਹੈ 7 ਵਰਗ, ਉਹਨਾਂ ਦਾ ਪਹਿਲਾ, ਦੂਜਾ ਅਤੇ ਤੀਜਾ ਅੱਖਰ ਜਿਹੜਾ ਹੈ, ਵਰਨ ਹੈ, ਉਹ ਕੀ ਹੈ, ਉਹ ਢਕਵੇਂ ਨੇ। ਢਕਵੇਂ ਵਿਅੰਜਨ ਕਿੰਨੇ ਨੇ, 15 ਨੇ, ਠੀਕ ਹੈ। ਅਤੇ ਉਹਦੇ ਵਿੱਚ ਬੱਬਾ ਜਿਹੜਾ ਹੈ ਸਾਡਾ ਢਕਵਾਂ ਵਿਅੰਜਨ ਹੈ। ਅੜਾਲਾ, ਯਈਆ, ਵਾਵਾ ਇਹ ਸਾਡਾ ਅਰਧ ਸਵਰ ਹੈ। ਅਤੇ ਅੜਾਲਾ ਕਿਹੜਾ ਹੈ, ਇਹ ਕੀ ਹੈ, ਇਹ ਫਟਕਵਾਂ ਵਿਅੰਜਨ ਹੈ, ਠੀਕ ਹੈ। ਹੁਣ ਗੱਲ ਕਰਦੇ ਹਾਂ ਆਪਾਂ ਅਗਲਾ ਪ੍ਰਸ਼ਨ, ਬੱਲੇ ਉਹਨੇ ਕਿੰਨੀ ਉੱਚੀ ਛਾਲ ਮਾਰੀ। ਇਹਦੇ ਵਿੱਚ ਵਿਸਮਕ ਲੱਗਿਆ ਹੋਇਆ ਹੈ, ਅਤੇ ਆਪਾਂ ਕਹਿ ਸਕਦੇ ਹਾਂ ਵੀ ਇਹ ਵਿਸਮੇਵਾਚਕ ਸ਼ਬਦ ਹੈ ਜਾਂ ਵਾਕ ਹੈ। ਹੁਣ ਕਾਫੀ ਦੀ ਜਿੰਦ ਜਾਨ, ਇਹ ਤੁਹਾਨੂੰ ਮੈਂ ਕਰਵਾਇਆ ਸੀਗਾ ਵੀ ਆਪਾਂ ਕਾਫੀ ਬਾਰੇ ਬਹੁਤ ਕੁਛ ਪੜ੍ਹਿਆ ਸੀ, ਜਿਹਦੇ ਵਿੱਚ ਆਪਾਂ ਪੜ੍ਹਿਆ ਸੀਗਾ ਵੀ ਕਾਫੀ ਨੂੰ ਰਾਗਣੀ ਕਿਹਨੇ ਕਿਹਾ ਹੈ, ਅਤੇ ਕਾਫੀ ਨੂੰ ਕਾਵਿ ਰੂਪ ਕਿਹਨੇ ਕਿਹਾ ਹੈ, ਠੀਕ ਹੈ। ਉਹਦੇ ਵਿੱਚੋਂ ਇੱਕ ਇਹ ਵੀ ਆਪਸ਼ਨ ਆ ਜਾਂਦਾ ਆਪਣੇ ਕੋਲ ਵੀ ਜਜ਼ਬੇ ਦੀ ਤੀਬਰਤਾ,
ਜਜ਼ਬੇ ਦੀ ਤਿੱਬਰਤਾ ਜਿਹੜੀ ਹੈ ਕਾਫੀ ਦੀ ਜਿੰਦ ਜਾਨ ਹੈ। ਤੁਹਾਨੂੰ ਮੈਂ ਕਿਹਾ ਸੀ ਵੀ ਅਤੀ ਕਥਨੀ ਅਲੰਕਾਰ ਜਿਹੜਾ ਹੈ ਇਹਦੇ ਵਿੱਚ ਗੱਪਾਂ ਮਾਰਨੀਆਂ, ਗੱਲ ਨੂੰ ਵਧਾ ਚੜਾ ਕੇ ਗੱਲ ਕਰਨੀ, ਜਿਵੇਂ ਹਾਸ਼ਮ ਨੇ ਸੱਸੀ ਲਿਖੀ ਹੈ, ਠੀਕ ਹੈ। ਜਿਵੇਂ ਉਹ ਕਿਹਾ ਸੀ ਨਾ ਬਾਬਾ ਬੁੱਧ ਸਿੰਘ ਨੇ, ਹਾਸ਼ਮ ਨੇ ਸੱਸੀ ਕਾਹਦੀ ਆਖੀ, ਘਰ ਘਰ ਬਿਰਹਾ ਦਾ ਮੁਅੱਤਾ ਲਾ ਦਿੱਤਾ, ਠੀਕ ਹੈ। ਵੀ ਉਹਨੇ ਉਸ ਤਰੀਕੇ ਨਾਲ ਉਹਦਾ ਬਿਰਲਾਪ ਜ਼ਾਹਰ ਕੀਤਾ ਕਿ ਕਥਨੀ ਨੂੰ ਅਤੀ ਉਕਤੀ ਵੀ ਕਿਹਾ ਜਾਂਦਾ ਹੈ। ਫਿਰ ਗੱਲ ਕਰਦੇ ਹਾਂ ਆਪਾਂ ਉਸ ਤੋਂ ਅਗਲਾ ਪ੍ਰਸ਼ਨ ਜਿਹੜਾ ਹੈ ਭਿਆਨਕ ਰਸ ਦਾ ਸਥਾਈ ਭਾਵ। ਹੁਣ ਭਿਆਨਕ ਰਸ ਦਾ ਸਥਾਈ ਭਾਵ ਸੌਖਾ ਜਿਹਾ ਹੀ ਹੈ। 9 ਰਸ ਨੇ, 9 ਦੇ ਸਥਾਈ ਭਾਵ ਨੇ। ਤੁਹਾਨੂੰ ਮੈਂ ਦੱਸੇ ਸੀ ਵਾਰ-ਵਾਰ ਵੀ ਸਥਾਈ ਭਾਵ ਦੇ ਵਿੱਚੋਂ ਪ੍ਰਸ਼ਨ ਪੁੱਛ ਲੈਂਦੇ ਹੈ, ਇਹ ਪ੍ਰਸ਼ਨ ਆਉਂਦਾ ਹੀ ਆਉਂਦਾ ਹੈ। ਅਤੇ ਇਹਦਾ ਕਿਹੜਾ ਆ ਗਿਆ, ਭੈ ਜਾਂ ਡਰ ਹੋਊਗਾ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਕਰਦੇ ਹਾਂ ਸਭ ਤੋਂ ਪਹਿਲੀ ਅਧਿਆਤਮਕ ਵਾਰ ਕਿਹੜੀ ਹੈ। ਹੁਣ ਵਾਰਾਂ ਤੁਹਾਨੂੰ ਮੈਂ ਜਦੋਂ ਕਰਵਾਈਆਂ ਸੀ ਆਫਲਾਈਨ, ਅਤੇ ਕਈ ਬੱਚੇ ਕਹਿੰਦੇ ਸੀ ਗੁਰੂ ਜੀ ਇਹ ਤਾਂ ਆਊਟ ਆਫ ਸਿਲੇਬਸ ਹੈ, ਇਹਨੂੰ ਨਾ ਕਰਵਾਓ, ਕਿਉਂਕਿ ਸਾਡੇ ਤੋਂ ਕਿਤੇ ਵੀ ਪ੍ਰਸ਼ਨ ਉਹ ਪੁੱਛ ਸਕਦੇ ਆ। ਅਧਿਆਤਮਿਕ ਵਾਰਾਂ ਵਿੱਚ ਆ ਗਈਆਂ ਵੀਰ ਅਸੀਂ ਆਪਣੇ ਵਾਰਾਂ ਜਿਹੜੀਆਂ ਹੈ ਉਹ ਤੁਹਾਨੂੰ ਦੱਸਿਆ ਸੀ ਵੀ ਆਦਿ ਕਾਲ ਦੀਆਂ ਵਾਰਾਂ ਜਿਹੜੀਆਂ ਉਹ 6 ਸੀਗੀਆਂ, ਮੱਧ ਕਾਲ ਦੀਆਂ 3 ਵਾਰਾਂ ਸੀਗੀਆਂ, ਅਤੇ ਉਹਦੇ ਆਧਾਰ 'ਤੇ ਹੀ ਗੁਰੂਆਂ ਨੇ ਜਿਹੜੀ ਵਾਰਾਂ ਲਿਖੀਆਂ ਉਹਨੂੰ ਉਹਨਾਂ ਦੀ ਧੁਨੀ 'ਤੇ ਗਾਉਣ ਦਾ ਹੁਕਮ ਹੋਇਆ। ਕਿਹੜੀਆਂ ਕਿਹੜੀਆਂ ਵਾਰਾਂ ਸੀਗੀਆਂ ਉਹ ਵੀ ਤੁਹਾਨੂੰ ਸਮਝਾਇਆ ਸੀ ਮੈਂ। ਇਹਦੇ ਵਿੱਚੋਂ ਜਿਹੜਾ ਪ੍ਰਸ਼ਨ ਆਪਣੇ ਆਉਂਦਾ ਹੈ ਵੀ ਆਸਾਂ ਦੀ ਵਾਰ ਹੈ, ਵੀ ਗੁਰੂ ਨਾਨਕ ਦੇਵ ਜੀ ਨੇ 3 ਵਾਰਾਂ ਲਿਖੀਆਂ ਸੀਗੀਆਂ, ਆਸਾ, ਮਾਝ ਅਤੇ ਮਲਹਾਰ। ਉਸ ਤੋਂ ਬਾਅਦ ਆ ਗਿਆ ਗੁਰੂ ਅੰਗਦ ਦੇਵ ਜੀ ਨੇ 4 ਵਾਰਾਂ ਲਿਖੀਆਂ, ਅਤੇ ਆਸਾਂ ਜਿਹੜੀ ਵਾਰ ਹੈ ਇਹ ਗੁਰੂ ਨਾਨਕ ਦੇਵ ਜੀ ਦੀ ਵਾਰ ਹੈ, ਅਤੇ ਇਹ ਆਪਾਂ ਕਹਿ ਸਕਦੇ ਹਾਂ ਵੀ ਸਭ ਤੋਂ ਪਹਿਲੀ ਅਧਿਆਤਮਿਕ ਵਾਰ ਹੈ। ਹੁਣ ਗੱਲ ਕਰਦੇ ਹਾਂ ਉਸ ਤੋਂ ਅਗਲਾ ਪ੍ਰਸ਼ਨ ਜਿਹੜਾ ਹੈ ਉਹ ਸਾਡੇ ਕੋਲ ਆ ਜਾਂਦਾ ਹੈ ਵੀ ਅਰਬੀ ਭਾਸ਼ਾ ਵਿੱਚ ਕਿੱਸਾ ਸ਼ਬਦ ਦੀ ਵਰਤੋਂ ਕਿਹੜੀਆਂ ਰਚਨਾਵਾਂ ਲਈ ਹੋਈ। ਇਹ ਉਹਨਾਂ ਨੇ ਬਹੁਤ ਹੀ ਗੋਲ ਮੋਲ ਕਰਕੇ ਪ੍ਰਸ਼ਨ ਦਿੱਤਾ ਹੈ, ਪਰ ਕਿਤਾਬ ਦੇ ਵਿੱਚ ਬਿਲਕੁਲ ਜਮਾਂ ਸਹੀ ਪਿਆ ਹੈ। ਇਹਦਾ ਅਰਥ ਜਿਹਦਾ ਮੈਂ ਸਿੱਧਾ ਜਿਹਾ ਬੱਚਾ ਕੋਈ ਲਾਵੇ ਉਹ ਇਹ ਸਮਝਦਾ ਹੈ ਕਿ ਕਿੱਸਾ ਦਾ ਕੰਮ ਮਤਲਬ ਹੈ ਵੀ ਪਦ ਰਚਨਾ, ਕਾਵਮਈ ਰਚਨਾ ਇਹ ਲਾਉਂਦਾ ਹੈ। ਪਰ ਉਹਦੇ ਵਿੱਚ ਇੱਕ ਲਾਈਨ ਲਿਖੀ ਗਈ ਹੈ ਸਾਡੀ ਪਾਠ ਪੁਸਤਕ ਦੇ ਵਿੱਚ ਵੀ ਗਦ ਬਿਰਤਾਂਤਕ ਰਚਨਾਵਾਂ ਲਈ, ਵੀ ਅਰਬੀ ਫਾਰਸੀ ਵਿੱਚ, ਅਰਬੀ ਭਾਸ਼ਾ ਵਿੱਚ ਜਿਹੜਾ ਕਿੱਸਾ ਸ਼ਬਦ ਹੈ, ਕਿੱਸੇ ਦੀ ਵਰਤੋਂ ਕੀਤੀ ਗਈ ਹੈ, ਉਹ ਪਹਿਲਾਂ ਮਸਨਵੀ ਰੂਪ ਵਿੱਚ ਗਦ ਬਿਰਤਾਂਤਕ ਰਚਨਾਵਾਂ ਲਈ ਕੀਤੀ ਜਾਂਦੀ ਸੀਗੀ, ਅਤੇ ਬਾਅਦ ਵਿੱਚ ਪੰਜਾਬੀ ਨੇ ਕਿੱਸਾ ਰੂਪ ਅਪਣਾਇਆ ਅਤੇ ਪਦਿਆਂ ਵਿੱਚ ਰਚਨਾਵਾਂ ਹੋਣ ਲੱਗੀ, ਕਾਵਮੀ ਰਚਨਾਵਾਂ ਹੋਣ ਲੱਗੀ, ਅਤੇ ਇਹਦੇ ਵਿੱਚੋਂ ਡੀ ਆਊਗਾ ਵੀ ਗਦ ਬਿਰਤਾਂਤਕ ਰਚਨਾਵਾਂ ਲਈ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਗਿਆਨ ਨੂੰ ਸੰਗ੍ਰਹਿ ਕਰਕੇ ਉਸਨੂੰ ਪੀੜ੍ਹੀ ਤੋਂ ਪੀੜ੍ਹੀ ਤੱਕ ਪਹੁੰਚਾਉਣ ਦਾ ਵਧੀਆ ਸਾਧਨ ਹੈ ਇਹ ਕਿਤਾਬ ਹੈ, ਪੁਸਤਕ ਹੈ, ਜਮਾਂ ਹੀ ਸੌਖਾ ਹੈ। ਉਸ ਤੋਂ ਬਾਅਦ ਜਦੋਂ ਅਧਿਆਪਕ ਬਾਲਕ ਦੀ ਰੁਚੀ, ਸੁਭਾਅ, ਵਾਤਾਵਰਨ ਅਤੇ ਯੋਗਤਾ ਨੂੰ ਕੇਂਦਰ ਵਿੱਚ ਰੱਖ ਕੇ ਭਾਸ਼ਾ ਸਿਖਾਉਂਦਾ ਹੈ ਅਤੇ ਬੱਚੇ ਵਧੇਰੇ ਆਨੰਦ ਚਿੱਤ ਹੋ ਕੇ ਸਿੱਖਦੇ ਹਨ, ਤਾਂ ਉਹ ਕਿਹੜੇ ਸਿੱਖਿਆ ਸਿਧਾਂਤ ਦੀ ਵਰਤੋਂ ਕਰ ਰਿਹਾ ਹੁੰਦਾ ਹੈ। ਵੀ ਇਹਦੇ ਵਿੱਚ ਆ ਹੀ ਗਿਆ ਬਾਲ ਕੇਂਦਰਤ ਸਿਧਾਂਤ, ਠੀਕ ਹੈ। ਇਹਦੇ ਵਿੱਚ ਕਿਹੜਾ ਆਊਗਾ, ਬਾਲ ਕੇਂਦਰਤਾ ਦਾ ਸਿਧਾਂਤ, ਠੀਕ ਹੈ, ਚਾਈਲਡ ਸੈਂਟਰ ਜਿਹਨੂੰ ਆਪਾਂ ਕਹਿੰਦੇ ਹਾਂ। ਉਸ ਤੋਂ ਬਾਅਦ ਆਇਆ ਅਗਲਾ ਪ੍ਰਸ਼ਨ ਹੈ ਗੁੱਸਾ, ਪਿਆਰ, ਈਰਖਾ, ਮਿਠਾਸ, ਨਿਮਰਤਾ, ਆਕੜ ਆਦਿ ਦੇ ਭਾਵ ਸਮਝਣ ਵਿੱਚ ਸਭ ਤੋਂ ਵੱਧ ਸਹਾਇਕ ਕੌਸ਼ਲ ਹੈ। ਹੁਣ ਇਹਦਾ ਥੋੜ੍ਹਾ ਜਿਹਾ ਮੈਨੂੰ ਡਾਊਟ ਹੈ, ਪਰ ਮੈਂ ਸਮਝਦਾ ਕਿ ਇਹ ਸੁਣਨ ਕੌਸ਼ਲ ਹੋ ਸਕਦਾ ਹੈ, ਕਿਉਂਕਿ ਸੁਣਨ ਕੌਸ਼ਲ ਦਾ ਜਿਹੜਾ ਮਤਲਬ ਹੁੰਦਾ ਹੈ ਸੁਣਨਾ ਅਤੇ ਸਮਝਣਾ ਹੁੰਦਾ ਹੈ, ਅਤੇ ਇਹਦੇ ਵਿੱਚ ਇਹ ਜਿਹੜਾ ਉੱਤਰ ਹੈ ਇਹ ਸੁਣਨ ਕੌਸ਼ਲ ਹੀ ਹੋ ਸਕਦਾ ਹੈ। ਅੱਗੇ ਵੀ ਜਿਵੇਂ ਉਹ ਜਿਹੜਾ ਵਿਭਾਗ ਹੈ ਉਹ ਆਨਸਰ ਕੀ ਮੰਨਦਾ ਹੈ, ਉਹਦੇ ਵਿੱਚ ਕਿਹੜਾ ਆਨਸਰ ਮੰਨਦਾ ਹੈ, ਉਹ ਸਾਨੂੰ ਥੋੜ੍ਹੇ ਦਿਨਾਂ 'ਚ ਪਤਾ ਲੱਗ ਜਾਊਗਾ। ਅਗਲਾ ਪ੍ਰਸ਼ਨ ਜਿਹੜਾ ਸਾਡੇ ਕੋਲ ਹੈ ਭਾਸ਼ਾ ਸਿੱਖਿਆ ਵਿੱਚ ਬੋਲ, ਲਿਖਤ ਜਾਂ ਮਲਾਹ ਦੇ ਮਹੱਤਵਪੂਰਨ ਉਦੇਸ਼ਾਂ ਵਿੱਚ ਸ਼ਾਮਲ ਨਹੀਂ ਹੈ। ਇਹਦੇ ਵਿੱਚੋਂ ਜ਼ਿਆਦਾ ਚਾਰੇ ਆਪਸ਼ਨ ਮੈਂ ਨਹੀਂ ਪੜ੍ਹਦਾ। ਇਹਦੇ ਵਿੱਚੋਂ ਆਪਣੇ ਆ ਜਾਂਦਾ ਵਿਦਿਆਰਥੀ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਕਰਨਾ ਨਹੀਂ ਸਿੱਖਦੇ, ਇਹ ਆਪਸ਼ਨ ਇਹਦੇ ਵਿੱਚੋਂ ਸਹੀ ਹੋ ਸਕਦਾ ਹੈ, ਠੀਕ ਹੈ ਜੀ। ਪ੍ਰਸ਼ਨ ਹੈ ਅਧਿਆਪਕ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਉੱਚ ਸ਼੍ਰੇਣੀਆਂ ਵਿੱਚ ਵਾਚਨ ਦੀ ਸਭ ਤੋਂ ਵਧੀਆ ਵਿਧੀ ਮੌਨ ਵਾਚਨ ਹੀ ਹੈ। ਇਹ ਇੱਕ ਤਰ੍ਹਾਂ ਦੀ ਜਿਹੜੀ ਪਰਿਭਾਸ਼ਾ ਸਾਡੇ ਕੋਲ ਆਈ ਹੈ, ਡੈਫੀਨੇਸ਼ਨ ਹੈ, ਇਹ ਕਿਹਦੀ ਹੋ ਸਕਦੀ ਹੈ, ਡੋਨਲਡ ਮਾਇਲ ਦੀ ਵੀ ਕੀ ਹੋ ਸਕਦੀ ਹੈ, ਕਰੋ ਐਂਡ ਕਰੋ ਦੀ ਹੈ, ਜਾਂ ਜੀਓ ਹਾਊਲ ਦੀ ਹੈ, ਜਾਂ ਜੁੱਡ ਦੀ ਹੈ। ਅਤੇ ਵੈਸੇ ਆਪਾਂ ਇਹ ਗੱਲ ਸਮਝਦੇ ਹਾਂ ਕਿ ਜਿਹੜਾ ਬੋਲਣ ਨਾਲ ਜਿਹੜਾ ਆਦਮੀ ਜ਼ਿਆਦਾ ਸਿੱਖਦਾ ਹੈ, ਜ਼ਿਆਦਾ ਯਾਦ ਰਹਿੰਦਾ ਹੈ, ਪਰ ਜੁੱਡ ਕੀ ਕਹਿੰਦਾ ਹੈ
ਜੁੱਡ ਇਹ ਕਹਿੰਦਾ ਹੈ ਕਿ ਜਿਹੜਾ ਮੌਨ ਪਾਠ ਕਰਨ ਵਾਲਾ ਨਾ, ਤੇ ਇਹਦੇ ਨਾਲ ਜ਼ਿਆਦਾ ਵਿਧੀ ਜਿਹੜੀ ਹੈ ਮੌਨ ਵਿਧੀ ਹੈ, ਮੌਨ ਵਾਚਨ ਦੀ ਵਿਧੀ ਹੈ, ਉਹ ਸਭ ਤੋਂ ਵਧੀਆ ਵਿਧੀ ਹੈ। ਠੀਕ ਹੈ। ਤੇ ਅੱਗੇ ਗੱਲ ਹੋਰ ਕੀ ਕਹਿੰਦਾ ਹੈ, ਜਦ ਕੋਈ ਬੱਚਾ ਚੱਲਣਾ ਸਿੱਖ ਲੈਂਦਾ ਹੈ ਤਾਂ ਰਿੜਨਾ ਛੱਡ ਦਿੰਦਾ ਹੈ। ਉਹ ਕਹਿੰਦਾ ਵੀ ਸਭ ਤੋਂ ਪਹਿਲਾਂ ਆਪਾਂ ਬੋਲ ਵਿਧੀ ਦੀ ਵਰਤੋਂ ਕਰਦੇ ਹਾਂ, ਬੋਲਣ ਕੁਸ਼ਲ ਦੀ ਵਰਤੋਂ ਕਰਦੇ ਹਾਂ, ਪਰ ਜਦੋਂ ਸਾਨੂੰ ਵੱਡੀਆਂ ਕਲਾਸਾਂ ਵਿੱਚ ਜਾਂਦੇ ਹਾਂ ਉੱਥੇ ਅਸੀਂ ਬੋਲ ਕੇ ਨਹੀਂ ਪੜ੍ਹਦੇ। ਜਿਵੇਂ ਅੱਜ ਕੱਲ੍ਹ ਜਿਹੜਾ ਪ੍ਰਚਲਨ ਹੋ ਗਿਆ ਲਾਇਬ੍ਰੇਰੀਆਂ ਦਾ, ਲਾਇਬ੍ਰੇਰੀਆਂ ਵਿੱਚ ਅਸੀਂ ਬਿਲਕੁਲ ਹੀ ਆਵਾਜ਼ ਨਹੀਂ ਕਰਦੇ, ਮੌਨ ਵਾਚਨ ਹੀ ਕਰਦੇ ਹਾਂ। ਇਹ ਜੁੱਡ ਦੀ ਪਰਿਭਾਸ਼ਾ ਹੈ, ਜੁੱਡ ਨੇ ਇਹ ਗੱਲ ਕਹੀ ਸੀ। ਹੁਣ ਉਦੋਂ ਬਾਅਦ ਕਰਦੇ ਹਾਂ ਆਪਾਂ ਅਗਲਾ ਪ੍ਰਸ਼ਨ ਹੈ, ਭਾਸ਼ਾ ਅਧਿਆਪਨ ਸਮੇਂ ਜੇਕਰ ਵਿਦਿਆਰਥੀ ਨੂੰ ਤਤਸਮ ਸ਼ਬਦ ਪੜ੍ਹਾਉਣੇ ਹਨ ਤਾਂ ਉਹਨਾਂ ਨੂੰ ਪਹਿਲਾਂ ਤੋਂ ਜਾਣੂ ਸ਼ਬਦਾਂ ਹੱਥ, ਕੰਨ, ਅੱਖ, ਦੁੱਧ ਆਦਿ ਨੂੰ ਉਦਾਹਰ ਬਣਾਉਣਾ ਚਾਹੀਦਾ ਹੈ। ਇਹ ਉਦਾਹਰਨ ਕਿਸ ਭਾਸ਼ਾ ਸੂਤਰ ਵੱਲ ਸੰਕੇਤ ਕਰਦੀ ਹੈ? ਜਿਹੜੀ ਉਦਾਹਰਨ ਹੈ ਇਹ ਕਿਹੜੀ ਹੋ ਸਕਦੀ ਹੈ? ਵੀ ਪਹਿਲਾਂ ਤਾਂ ਮੈਂ ਸਮਝਦਾ ਸੀ ਵੀ ਆਗਮਨ ਤੋਂ ਨਿਗਮਨ ਵੱਲ ਹੋ ਸਕਦਾ ਇਹ ਪਹਿਲਾਂ ਉਦਾਹਰਨ ਦਿਓ, ਬਾਅਦ ਨਿਯਮ ਸਮਝਾਓ। ਠੀਕ ਹੈ। ਤੇ ਇੱਥੇ ਫਿਰ ਆਪਾਂ ਜਿਹੜਾ ਮੰਨਦੇ ਹਾਂ ਉਹ ਹੈ ਜਾਣ ਤੋਂ ਅਣਜਾਣ ਵੱਲ। ਇਹ ਹੋ ਸਕਦਾ ਹੈ ਜਾਣ ਤੋਂ ਅਣਜਾਣ ਵੱਲ, ਇਹ ਉੱਤਰ ਇਹਦਾ ਹੋ ਸਕਦਾ ਹੈ। ਤੇ ਉਸ ਤੋਂ ਬਾਅਦ ਜਿਹੜਾ ਉਹ ਅਨਸਰ ਕੀ ਮੰਨਣਗੇ ਤਾਂ ਫਿਰ ਉਹਦੇ ਵਿੱਚ ਤਾਂ ਫਿਰ ਉਹ ਪੱਕਾ ਹੀ ਸਿਰਾ ਹੀ ਲਾ ਦੇਣਗੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਚਾਰਟ ਦੀ ਕਿਸਮ ਨਹੀਂ ਹੈ। ਹੁਣ ਚਾਰਟ ਦੀ ਜਿਹੜੀ ਕਿਸਮ ਨਹੀਂ ਹੈ, ਤੱਥ ਚਾਰਟ ਹੈ, ਸੰਗਠਨਕਾਰੀ ਚਾਰਟ ਹੈ, ਗ੍ਰਾਫ ਵਾਲੇ ਚਾਰਟ ਹੈ, ਵੀ ਮੈਨੂੰ ਲੱਗਦਾ ਇਹਦੇ ਵਿੱਚੋਂ ਬੀ ਜਿਹੜਾ ਬ੍ਰਾਂਡਡ ਚਾਰਟ ਹੈ ਇਹ ਨਹੀਂ ਹੋ ਸਕਦਾ। ਇਹਦਾ ਉੱਤਰ ਇਹੀ ਹੋ ਸਕਦਾ ਹੈ। ਠੀਕ ਹੈ। ਹੁਣ ਪ੍ਰਸ਼ਨਾਂ ਦੀ ਭਾਸ਼ਾ ਕਿਹੋ ਜਿਹੀ ਹੋਣੀ ਚਾਹੀਦੀ ਹੈ? ਅਗਲਾ ਪ੍ਰਸ਼ਨ ਹੈ ਇਹ ਆਪਾਂ ਸਿੱਧਾ ਹੀ ਪੁੱਛ ਲੈਂਦੇ ਹਾਂ ਵੀ ਸੌਖੀ, ਸਪਸ਼ਟ ਤੇ ਸਰਲ ਹੋਣੀ ਚਾਹੀਦੀ ਹੈ। ਬਿਲਕੁਲ ਸੌਖਾ, ਇਹਦੇ ਵਿੱਚ ਤਾਂ ਦਿਮਾਗ ਬਾਹਲਾ ਲਾਉਣ ਦੀ ਲੋੜ ਹੀ ਨਹੀਂ। ਪਰ ਜੇ ਅਸੀਂ ਕਈ ਵਾਰੀ ਪ੍ਰੀਖਿਆ ਦੇ ਵਿੱਚ ਹੜਬੜਾਹਟ ਹੋ ਜਾਂਦੇ ਹਾਂ ਵੀ ਸੌਖਾ ਪ੍ਰਸ਼ਨ ਆ ਗਿਆ, ਉਦੋਂ ਅਸੀਂ ਗਲਤੀ ਵੀ ਕਰ ਦਿੰਦੇ ਹਾਂ, ਕਈਆਂ ਨੇ ਗਲਤ ਵੀ ਕੀਤਾ ਹੋਣਾ ਇਹ। ਅਗਲਾ ਪ੍ਰਸ਼ਨ ਹੈ ਕਵਿਤਾ, ਪਾਠ, ਅਰਥ ਬੋਧ, ਸ਼ੈਲੀ ਪੱਖ ਆਦਿ ਕਿਹੜੀ ਪ੍ਰੀਖਿਆ ਦੇ ਅੰਗ ਹਨ? ਕਿਹੜੀ ਪ੍ਰੀਖਿਆ ਦੇ ਅੰਗ ਹਨ? ਰਚਨਾ ਕੁਸ਼ਲ ਦੀ ਪ੍ਰੀਖਿਆ, ਸ਼ਬਦਾਵਲੀ ਗਿਆਨ ਦੀ ਪ੍ਰੀਖਿਆ, ਸੁੰਦਰਤਾ ਬੋਧ ਦੀ ਪ੍ਰੀਖਿਆ, ਪਾਠ ਸਮੱਗਰੀ ਤੇ ਗਿਆਨ ਦੀ ਪ੍ਰੀਖਿਆ। ਇਹ ਵੀ ਹੋ ਸਕਦਾ ਹੈ ਸੁੰਦਰਤਾ ਬੋਧ ਦੀ ਪ੍ਰੀਖਿਆ, ਇਹ ਅਨੁਸਵਰ ਹੈ ਇਹਦਾ। ਜਿਹੜੇ ਬੱਚੇ ਪੜ੍ਹਨਾ ਲਿਖਣਾ ਨਹੀਂ ਜਾਣਦੇ ਉਹਨਾਂ ਦੇ ਵਿਵਹਾਰ ਨੂੰ ਮਾਪਣ ਲਈ ਕਿਹੜੀ ਮੁਲਾਂਕਣ ਵਿਧੀ ਦਾ ਪ੍ਰਯੋਗ ਲਾਭਦਾਇਕ ਹੈ? ਵੀ ਜਿਹੜਾ ਪੜ੍ਹਿਆ ਲਿਖਿਆ ਨਹੀਂ ਬਾਹਲਾ ਵੀ ਉਹਦਾ ਮੁਲਾਂਕਣ ਕਿਵੇਂ ਕਰਾਂਗੇ ਆਪਾਂ? ਵਸਤੂਨਿਸ਼ਟ ਪ੍ਰੀਖਿਆ ਨਾਲ, ਪ੍ਰਸ਼ਨਾਵਲੀ ਨਾਲ, ਅਧਿਆਪਕ ਨਿਰਮਿਤ ਪ੍ਰੀਖਿਆ ਨਾਲ, ਕਿ ਇੰਟਰਵਿਊ ਨਾਲ? ਇਹ ਮੈਨੂੰ ਇੰਟਰਵਿਊ ਜਿਹੜਾ ਸਾਖਸ਼ਾਤਕਾਰ ਹੈ ਜਿਹੜਾ ਇਹ ਮੈਨੂੰ ਸਹੀ ਲੱਗਦਾ ਹੈ ਵੀ ਆਪਾਂ ਇੰਟਰਵਿਊ ਤਾਂ ਕਿਸੇ ਅਨਪੜ੍ਹ ਬੰਦੇ ਦੀ ਵੀ ਇੰਟਰਵਿਊ ਲੈ ਸਕਦੇ ਹਾਂ ਵੀ ਤੂੰ ਭਾਈ ਕੀ ਕੰਮ ਕਰਦਾ ਹੈ, ਠੀਕ ਹੈ, ਕਿੰਨਾ ਕੁਛ ਤੈਨੂੰ ਨੌਲੇਜ ਹੈ ਦੁਨੀਆ ਬਾਰੇ, ਇਹ ਆਪਾਂ ਇੰਟਰਵਿਊ ਲੈ ਕੇ ਪਤਾ ਕਰ ਸਕਦੇ ਹਾਂ। ਇੰਟਰਵਿਊ ਇਹਦੇ ਵਿੱਚ ਆਪਸ਼ਨ ਸਹੀ ਹੈ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਭਾਈ ਇੱਕ ਜਿਹੜਾ ਪਹਿਰਾ ਆ ਜਾਂਦਾ ਹੈ, ਪਹਿਰੇ ਨੂੰ ਪੜ੍ਹ ਕੇ ਸਵਾਲਾਂ ਦੇ ਉੱਤਰ ਦਿਓ। ਇਹ ਮੈਂ ਪਹਿਰਾ ਨਹੀਂ ਪੜ੍ਹਦਾ, ਸਿੱਧਾ ਆਪਾਂ ਸਵਾਲਾਂ 'ਤੇ ਹੀ ਆਉਣੇ ਆ। ਪਹਿਰਾ ਤੁਸੀਂ ਪੜ੍ਹ ਲਓ ਜੇ ਵੀ ਕਮਾਊ ਦਾ ਵਿਰੋਧੀ ਸ਼ਬਦ ਕੀ ਹੈ? ਗਵਾਊ ਹੈ। ਇਹ ਤੁਹਾਨੂੰ ਮੈਂ ਜਿਹੜੇ ਜਿਹੜੇ ਆਫਲਾਈਨ ਮੇਰੇ ਤੋਂ ਪੜ੍ਹੇ ਬੱਚੇ ਆ ਉਹਨਾਂ ਨੂੰ ਮੈਂ ਨੋਟਸ ਵੀ ਭੇਜੇ ਸੀ, ਉਹਦੇ ਵਿੱਚ ਵੀ ਇਹ ਸੀਗਾ। ਠੀਕ ਹੈ, ਸੌਖਾ ਜਿਹਾ ਹੀ ਹੈ। ਅਗੇਤਰ ਲੱਗ ਕੇ ਬਣਿਆ ਸ਼ਬਦ ਕਿਹੜਾ ਹੈ? ਇਹ ਕੀ ਹੈ? ਕਈ ਬਲਹੀਨ ਕਰਿਆ ਇਹ ਹੋਣੇ ਆ। ਠੀਕ ਹੈ, ਅਤੇ ਕਈ ਜਾਦੂਗਰ ਵੀ ਕਰਤਾ ਹੋਣਾ ਮੇਰੇ ਵਰਗਿਆਂ ਨੇ। ਪਰ ਇਹਦੇ ਵਿੱਚੋਂ ਜਿਹੜਾ ਢੁਕਵਾਂ ਜਿਹੜਾ ਅਨਸਵਰ ਹੈ ਉਹ ਅਸੰਭਵ ਹੈ। ਠੀਕ ਹੈ, ਐ ਅਗੇਤਰ ਲੱਗਿਆ ਹੈ। ਠੀਕ ਹੈ, ਹੰਕਾਰ ਸ਼ਬਦ ਦਾ ਬਹੁਅਰਥਕ ਸ਼ਬਦ ਹੈ। ਹੰਕਾਰ, ਹੰਕਾਰ ਹੋ ਜਾਂਦਾ ਕਈ ਵਾਰੀ ਬੰਦਿਆਂ ਨੂੰ। ਠੀਕ ਹੈ, ਅਤੇ ਇਹਦਾ ਕੀ ਆ? ਆਕੜ ਹੈ, ਹੋ ਸਕਦਾ ਹੈ। ਠੀਕ ਹੈ, ਆਕੜ ਜਿਹੜਾ ਅਨਸਵਰ ਹੈ ਢੁਕਵਾਂ ਇਹਦਾ ਉਹ ਹੈ ਹੰਕਾਰ ਦਾ। ਉਸ ਤੋਂ ਬਾਅਦ ਬਲਵਾਨ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ ਵੀ ਇਹਦੇ ਵਰਗਾ ਹੀ ਹੋਰ ਸ਼ਬਦ ਕਿਹੜਾ ਹੋ ਸਕਦਾ ਹੈ? ਉਹ ਹੈ ਬਾਈ ਤਾਕਤਵਰ ਤੇ ਜ਼ੋਰਾਵਰ। ਇਹ ਦੋਨੇ ਸਹੀ ਹੈ। ਤਾਕਤਵਰ ਵੀ ਬਲਵਾਨ ਹੁੰਦਾ ਅਤੇ ਜ਼ੋਰਾਵਰ ਵੀ ਬਲਵਾਨ ਹੁੰਦਾ ਹੈ। ਨਵਾਬ ਸ਼ਬਦ ਦਾ ਲਿੰਗ ਬਦਲੋ, ਕੀ ਹੋ ਸਕਦਾ ਹੈ? ਬੇਗਮ ਆਊਗਾ। ਨਵਾਬ ਹੈ ਅਤੇ ਨਵਾਬ ਦੀ ਬੇਗਮ ਵੀ ਹੋਊਗੀ। ਠੀਕ ਹੈ, ਇਸ ਉੱਤਰ ਬੇਗਮ ਜਿਹੜਾ ਹੈ ਇਹ ਸਹੀ ਹੈ। ਹਾਂ ਬਈ, ਅੱਗੇ ਆ ਗਿਆ ਆਪਣਾ ਸ਼ਾਹ ਮੁਹੰਮਦ। ਮੈਂ ਤੁਹਾਨੂੰ ਕਿੰਨੀ ਵਾਰੀ ਸਮਝਾਇਆ ਸੀ ਇਹ ਬੰਦੇ ਖਤਰਨਾਕ ਨੇ। ਸ਼ਾਹ ਮੁਹੰਮਦ ਹੋਇਆ, ਨਜਾਬਤ ਹੋਇਆ,
ਦਮੋਦਰ ਹੋਇਆ, ਪੀਲੂ ਹੋਇਆ, ਵਾਰਿਸ ਸ਼ਾਹ ਹੋਇਆ, ਕਾਦਰ ਯਾਰ ਹੈ, ਉਹ ਇਹਨਾਂ ਨੂੰ ਪੜ੍ਹਿਆ ਕਰੋ। ਤੇ ਦੇਖੋ ਮੈਂ ਸ਼ਾਹ ਮੁਹੰਮਦ ਦੇ ਕਿੰਨੀਆਂ ਤੁਕਾਂ ਤੁਹਾਡੇ ਸਾਹਮਣੇ ਪੜ੍ਹਦਾ ਹੁੰਦਾ ਸੀ, ਤਾਂ ਹੁਣ ਇਹ ਹੁਣ ਸਿਰਾ ਲਾਈ ਬੈਠਾ ਹੈ। ਤੇ ਪਹਿਲਾ ਹੀ ਪ੍ਰਸ਼ਨ ਹੈਗਾ ਇਹਦਾ ਵੀ ਉਕਤ ਕਾਵਿ ਦਾ ਛੰਦ ਹੈ। ਜਿਵੇਂ ਮੈਂ ਥੋੜ੍ਹਾ ਪੜ੍ਹ ਦਿੰਦਾ ਹੈ ਵੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ, ਸਣੇ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਡਿੱਗਦੇ ਸਣੇ ਅੰਬਾਰੀਆਂ ਨੀ, ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ। ਸਰਕਾਰ ਕੌਣ ਹੈ? ਮਹਾਰਾਜਾ ਰਣਜੀਤ ਸਿੰਘ। ਠੀਕ ਹੈ, ਇਹਦੇ ਹੁਣ ਪ੍ਰਸ਼ਨ ਕਰਦੇ ਹਾਂ ਆਪਾਂ। ਉਕਤ ਕਾਵਿ ਦਾ ਛੰਦ ਹੈ। ਉਹ ਤੁਹਾਨੂੰ ਮੈਂ ਸਮਝਾਇਆ ਸੀ ਵੀ ਜਿਹੜੀ ਹੈ ਅਹਿਮਦ ਗੁੱਜਰ ਨੇ ਹੀਰ ਲਿਖੀ ਬੈਂਤਾਂ ਵਿੱਚ ਲਿਖੀ, ਮੁਕਬਲ ਨੇ ਹੀਰ ਲਿਖੀ ਬੈਂਤਾਂ 'ਚ ਲਿਖੀ, ਵਾਰਿਸ ਸ਼ਾਹ ਦੀ ਹੀਰ ਹੈ ਬੈਂਤਾਂ ਵਿੱਚ ਹੈ, ਸ਼ਾਹ ਮੁਹੰਮਦ ਦਾ ਜੰਗਨਾਮਾ ਹੈ ਬੈਂਤ ਛੰਦ ਵਿੱਚ ਹੈ। ਠੀਕ ਹੈ, ਤੁਹਾਨੂੰ ਕਰਵਾਇਆ ਸੀ ਨਾ ਮੈਂ। ਤਾਂ ਇਸ ਲਈ ਜਿਹੜਾ ਬੈਂਤ ਛੰਦ ਵਿੱਚ ਲਿਖਿਆ ਗਿਆ ਹੈ ਜੰਗਨਾਮਾ ਸ਼ਾਹ ਮੁਹੰਮਦ ਦਾ। ਉਕਤ ਕਾਵਿ ਦਾ ਰਸ ਕਿਹੜਾ ਹੈ? ਹੁਣ ਰਸ ਤੇ ਸ਼ਾਂਤ ਰਸ ਹੈ, ਅਦਭੁਤ ਹੈ ਕਿ ਸ਼ਿੰਗਾਰ ਹੈ? ਇਹਦੇ ਵਿੱਚ ਗਮ ਪ੍ਰਗਟ ਕੀਤਾ ਗਿਆ, ਸ਼ੋਕ ਪ੍ਰਗਟ ਕੀਤਾ ਗਿਆ ਹੈ ਵੀ ਜਿਹੜਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ, ਤਾਂ ਇਹਦੇ ਵਿੱਚ ਕਰੁਣਾ ਰਸ ਜਿਹੜਾ ਢੁਕਵਾਂ ਅਨਸਰ ਇਹਦਾ ਹੈਗਾ। ਉਕਤ ਕਾਵਿ ਦਾ ਕਾਵਿ ਰੂਪ ਹੈ ਕੀ ਇਹ ਵਾਰ ਹੈ, ਸ਼ਬਦ ਹੈ, ਸਲੋਕ ਹੈ ਕਿ ਜੰਗਨਾਮਾ ਹੈ? ਇਹ ਜੰਗਨਾਮਾ ਹੈ। ਠੀਕ ਹੈ, ਨਿਜਾਬਤ ਦਾ ਜੇ ਆ ਜਾਂਦਾ ਉਹਦੀ ਨਿਜਾਬਤ ਦੀ ਵਾਰ ਹੈ। ਠੀਕ ਹੈ, ਤੇ ਆਪਣੇ ਸ਼ਾਹ ਮੁਹੰਮਦ ਦਾ ਕੀ ਹੈ? ਜੰਗਨਾਮਾ ਹੈ। ਹੁਣ ਅਗਲਾ ਪ੍ਰਸ਼ਨ ਪੜ੍ਹੋ। ਤੇਗਾਂ ਸ਼ਬਦ ਦਾ ਅਰਥ ਹੈ ਕਿਰਪਾਨਾ, ਸਮਝ ਸੌਖਾ ਹੈ। ਤੇ ਉਸ ਤੋਂ ਬਾਅਦ ਹਾਥੀ ਡਿੱਗਦੇ ਸਣੇ ਅੰਬਾਰੀਆਂ ਨੀ, ਟੁੱਕ ਵਿੱਚ ਆਏ ਸ਼ਬਦ ਅੰਬਾਰੀਆਂ ਦਾ ਢੁਕਵਾਂ ਅਰਥ ਹੈ। ਹੁਣ ਜਿਹੜਾ ਜਮਾਂ ਹੀ ਮੇਰੇ ਵਰਗਾ ਹੈ ਉਹ ਤਾਂ ਲਿਖੂਗਾ ਅੰਬਾਂ ਦੀਆਂ ਟੋਕਰੀਆਂ, ਅੰਬਾਂ ਦੇ ਢੇਰ, ਇਹੀ ਲਿਖੂ ਬਾਈ। ਤੇ ਜਿਹੜਾ ਮਾੜਾ ਮੋਟਾ ਦਿਮਾਗ ਲਾਉਂਦਾ ਹੈ ਉਹ ਲਿਖਿਆ ਵੀ ਅੰਬਾਂ ਦੀਆਂ ਪੇਟੀਆਂ, ਤੇ ਇਹ ਤਾਂ ਨਹੀਂ ਹੋ ਸਕਦਾ। ਇਹਦਾ ਉੱਤਰ ਹੁੰਦੇ ਹੋ ਸਕਦਾ। ਹੁੰਦੇ ਜਿਹੜੇ ਹੁੰਦੇ ਆ ਉੱਪਰ ਜਿਹੜੇ ਹਾਥੀਆਂ ਦੇ ਉੱਤੇ ਬਣੇ ਹੁੰਦੇ ਆ, ਜਿਹੜਾ ਉਹਦੇ ਵਿੱਚ ਇੱਕ ਤਾਂ ਮੁਹਾਵਤ ਹੁੰਦਾ ਹਾਥੀ ਨੂੰ ਚਲਾਉਣ ਵਾਲਾ, ਉਹ ਤਾਂ ਅੱਗੇ ਅੱਗੇ ਬੈਠਾ ਹੁੰਦਾ ਹੈ, ਤੇ ਹੁੰਦੇ ਦੇ ਵਿੱਚ ਜਿਹੜਾ ਬੈਠਾ ਹੁੰਦਾ ਹੈ ਉਹ ਹਥਿਆਰ ਚਲਾਉਣ ਵਾਲਾ ਜਿਹੜਾ ਹੈ ਸੈਨਿਕ ਆ ਉਹ ਬੈਠਾ ਹੁੰਦਾ ਹੈ, ਤੇ ਹੁੰਦੇ ਉਹਨਾਂ ਨੂੰ ਕਹਿੰਦੇ ਜਿਹੜੇ ਉੱਪਰ ਰੱਖੇ ਹੁੰਦੇ ਆ। ਠੀਕ ਹੈ, ਤੇ ਉਸ ਤੋਂ ਬਾਅਦ ਜਿਹੜੇ ਇਹ ਪ੍ਰਸ਼ਨ ਆਨਸਰ ਕੀ ਜਿਹੜੀ ਹੈ 30 ਪ੍ਰਸ਼ਨਾਂ ਦੀ ਬਹੁਤ ਸੌਖੇ ਪ੍ਰਸ਼ਨ ਸੀਗੇ। ਕਈ ਪ੍ਰਸ਼ਨਾਂ ਨੇ ਸਾਨੂੰ ਠੱਠ ਕੀਤਾ, ਪਰ ਫਿਰ ਵੀ ਅਸੀਂ ਇੱਧਰੋਂ ਉੱਧਰੋਂ ਕਿਤਾਬਾਂ ਦੇਖ ਕੇ ਉਹਨਾਂ ਦੇ ਆਨਸਰ ਸਹੀ ਬਣਾਏ। ਤੇ ਹੁਣ ਉਮੀਦ ਕਰਦਾ ਕਿ ਅਗਲੇ ਜਿਹੜੀ ਆਪਾਂ ਆਨਸਰ ਕੀ ਬਣਾਵਾਂਗੇ ਉਹ ਵੀ ਜਲਦੀ ਤੋਂ ਜਲਦੀ ਬਣਾਈਏ। ਵਿਭਾਗ ਦੀ ਜਿਹੜੀ ਆਨਸਰ ਕੀ ਆਊਗੀ, ਤੇ ਰੱਬ ਕਰੇ ਵੀ ਉਹ ਵੀ ਉਹੋ ਜਿਹੀ ਹੋਵੇ ਜੇ ਜੀ ਅਸੀਂ ਆਨਸਰ ਕੀ ਬਣਾਈ ਹੈ। ਨਹੀਂ ਤਾਂ ਪਰ ਸਾਡਾ ਜਿਹੜੀ ਵਿਭਾਗ ਦੀ ਆਨਸਰ ਕੀ ਹੋਰ ਹੋਊਗੀ, ਸਾਡੀ ਆਨਸਰ ਕੀ ਹੋਰ ਹੋਊਗੀ, ਫਿਰ ਤਾਂ ਕੋਈ ਤੁੱਕ ਹੀ ਨਹੀਂ ਰਹਿ ਗਿਆ ਮੱਥਾ ਮਾਰਨ ਦਾ। ਠੀਕ ਹੈ, ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਵਿਦਿਆਰਥੀਆਂ ਨੂੰ ਤੁਸੀਂ ਦਿਲ ਨਾ ਛੱਡੋ, ਕੋਈ ਗੱਲ ਨਹੀਂ। ਹੁਣ ਮੇਨ ਪ੍ਰੀਖਿਆ ਦੀ ਕਰੋ ਤਿਆਰੀ, ਤੇ ਆਪਾਂ ਵੀ ਤਿਆਰੀ ਹੁਣ ਕਰਵਾਵਾਂਗੇ। ਥੋੜ੍ਹੇ ਦਿਨਾਂ ਤੋਂ ਲੱਗਦੇ ਹਾਂ, ਦੁਬਾਰੇ ਫਿਰ ਜੁੜਦੇ ਹਾਂ। ਤੇ ਤਦ ਤੱਕ ਲਈ ਸਾਰੇ ਵਿਦਿਆਰਥੀਆਂ ਨੂੰ ਤੁਹਾਡੇ ਬਾਈ ਵੱਲੋਂ ਸਤਿ ਸ਼੍ਰੀ ਅਕਾਲ। ਰੱਬ ਰਾਖਾ।